ਦੋਸਤੋ, ਜ਼ਿੰਦਗੀ ਵਿੱਚ ਸੰਕਟ ਦਾ ਹਰ ਦਰਿਆ ਪਾਰ ਹੋਵੇਗਾ। ਉਸ ਅਕਾਲ ਪੁਰਖ ਵਿੱਚ ਅਟੁੱਟ ਵਿਸ਼ਵਾਸ ਰੱਖੋ, ਦੇਖਿਓ ਚਮਤਕਾਰ ਹੋਵੇਗਾ। ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ। ਇਹ ਕਹਾਣੀ ਹੈ ਇੱਕ ਅਮੀਰ ਸੇਠ ਦੀ, ਜੋ ਸ਼ਹਿਰ ਦਾ ਸਭ ਤੋਂ ਅਮੀਰ ਸੀ। ਬਹੁਤ ਸਾਰਾ ਪੈਸਾ ਸੀ, ਬਹੁਤ ਸਾਰੇ ਬਿਜ਼ਨਸ ਚੱਲ ਰਹੇ ਸੀ, ਬਹੁਤ ਸਾਰੀਆਂ ਫੈਕਟਰੀਆਂ ਦਾ ਮਾਲਕ ਸੀ। ਕਿਤੇ ਵੀ ਕੋਈ ਕਮੀ ਨਹੀਂ ਸੀ, ਹਰ ਪਾਸੇ ਤੋਂ ਉਹ ਭਰਪੂਰ ਸੀ। ਇੱਕ ਦਿਨ ਸੇਠ ਫੈਕਟਰੀ ਤੋਂ ਘਰ ਆਇਆ। ਘਰ ਦੇ ਅੰਦਰ ਪਹੁੰਚਿਆ ਤਾਂ ਦੇਖਿਆ ਕਿ ਸਾਰੇ ਪਰਿਵਾਰ ਦੇ ਮੈਂਬਰ ਪੂਜਾ ਪਾਠ ਕਰ ਰਹੇ ਹਨ। ਸੇਠ ਥੋੜਾ ਨਾਸਤਿਕ ਟਾਈਪ ਦਾ ਬੰਦਾ ਸੀ, ਪਰਮਾਤਮਾ ਤੋਂ ਦੂਰੀ ਬਣਾ ਕੇ ਹੀ ਰੱਖਦਾ ਸੀ। ਚੁੱਪਚਾਪ ਸੇਠ ਆਪਣੇ ਕਮਰੇ ਵਿੱਚ ਚਲਾ ਗਿਆ। ਜਾ ਕੇ ਹਿਸਾਬ ਕਿਤਾਬ ਕਰਨ ਲੱਗਾ। ਨੌਕਰ ਨੂੰ ਬੁਲਾ ਕੇ ਕਿਹਾ ਕਿ ਇੱਕ ਗਲਾਸ ਦੁੱਧ ਦਾ ਬਣਾ ਕੇ ਲੈ ਕੇ ਆ। ਨੌਕਰ ਦੁੱਧ ਲੈਣ ਲਈ ਗਿਆ ਤਾਂ ਸੇਠ ਦੀ ਛਾਤੀ ਦੇ ਵਿੱਚ ਅਚਾਨਕ ਦਰਦ ਹੋਣ ਲੱਗਾ। ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਤਾਂ ਸੇਠ ਨੇ ਫਿਰ ਤੋਂ ਨੌਕਰ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਦੁੱਧ ਨੂੰ ਛੱਡ, ਤੂੰ ਪਹਿਲਾਂ ਡਾਕਟਰ ਨੂੰ ਫੋਨ ਕਰ। ਉਸ ਸ਼ਹਿਰ ਦੇ ਟੌਪ ਦੇ ਹਸਪੀਟਲਾਂ ਦੇ ਡਾਕਟਰ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ। ਉਹਨਾਂ ਨੇ ਜਾਂਚ ਕੀਤੀ, ਬਹੁਤ ਸਾਰੀਆਂ ਰਿਪੋਰਟਾਂ ਆਈਆਂ ਤਾਂ ਪਤਾ ਲੱਗਾ ਕਿ ਸੇਠ ਹਰ ਤਰੀਕੇ ਤੋਂ ਤੰਦਰੁਸਤ ਹੈ। ਪਰ ਸੇਠ ਨੇ ਕਿਹਾ ਕਿ ਮੈਨੂੰ ਤਾਂ ਅਜੇ ਵੀ ਬੇਚੈਨੀ ਮਹਿਸੂਸ ਹੋ ਰਹੀ ਹੈ, ਤੁਸੀਂ ਮੇਰੇ ਵਾਸਤੇ ਦਵਾਈਆਂ ਲਿਖ ਹੀ ਦਿਓ। ਡਾਕਟਰਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਹੋ, ਐਵੇਂ ਪਰੇਸ਼ਾਨ ਨਾ ਹੋਵੋ। ਫਿਰ ਵੀ ਸੇਠ ਦਾ ਮਨ ਸੀ ਤੇ ਉਹ ਅੰਦਰ ਹੀ ਅੰਦਰ ਬੇਚੈਨ ਹੋ ਰਿਹਾ ਸੀ। ਤਾਂ ਡਾਕਟਰਾਂ ਨੇ ਦਵਾਈਆਂ ਲਿਖ ਦਿੱਤੀਆਂ ਤੇ ਨਾਲ ਹੀ ਨੀਂਦ ਦੀਆਂ ਗੋਲੀਆਂ ਵੀ ਲਿਖ ਦਿੱਤੀਆਂ ਤੇ ਕਿਹਾ ਕਿ ਜੇਕਰ ਤੁਹਾਨੂੰ ਨੀਂਦ ਨਾ ਆਵੇ ਤਾਂ ਇਹ ਗੋਲੀ ਲੈ ਲਿਓ, ਪਰ ਤੁਸੀਂ ਸੌਂ ਜ਼ਰੂਰ ਜਾਇਓ, ਆਰਾਮ ਕਰਿਓ। ਕਿਸੇ ਗੱਲ ਦੇ ਕਾਰਨ ਸ਼ਾਇਦ ਤੁਸੀਂ ਪਰੇਸ਼ਾਨ ਹੋ, ਇਸ ਲਈ ਬੇਚੈਨੀ ਮਹਿਸੂਸ ਹੋ ਰਹੀ ਹੈ। ਫਿਰ ਡਾਕਟਰਾਂ ਦੇ ਜਾਣ ਤੋਂ ਬਾਅਦ ਨੌਕਰ ਨੇ ਖਾਣਾ ਲਗਾਇਆ, ਦਵਾਈਆਂ ਲੈ ਕੇ ਆਂਦੀਆਂ। ਸੇਠ ਨੇ ਖਾਣਾ ਖਾਧਾ, ਫਿਰ ਦਵਾਈ ਲਈ ਤੇ ਸੌਣ ਦੇ ਲਈ ਬਿਸਤਰੇ ਤੇ ਲੇਟ ਗਿਆ। ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਕਰਵਟਾਂ ਬਦਲ ਰਿਹਾ ਸੀ। ਨੀਂਦ ਦੀ ਗੋਲੀ ਲੈਣ ਦੇ ਬਾਵਜੂਦ ਵੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਬਹੁਤ ਦੇਰ ਹੋ ਗਈ ਸੀ। ਮੋਬਾਈਲ ਤੋਂ ਸੇਠ ਨੇ ਦੇਖਿਆ ਤਾਂ ਰਾਤ ਦੇ 3 ਵੱਜ ਗਏ ਸੀ। ਚਾਰੇ ਪਾਸੇ ਸન્ਨਾਟਾ ਸੀ, ਚਾਰੇ ਪਾਸੇ ਸ਼ਾਂਤੀ ਸੀ। ਸੇਠ ਨੂੰ ਲੱਗਿਆ ਕਿ ਸ਼ਾਇਦ ਇਸ ਬੰਦ ਕਮਰੇ ਦੇ ਵਿੱਚ ਘੁਟਨ ਹੋ ਰਹੀ ਹੈ, ਥੋੜਾ ਬਾਹਰ ਜਾ ਕੇ ਗੇੜਾ ਕੱਢਦਾ ਹਾਂ ਤਾਂ ਸ਼ਾਇਦ ਠੀਕ ਹੋ ਜਾਵਾਂ। ਸੇਠ ਆਪਣੇ ਬੰਗਲੇ ਦੇ ਗਾਰਡਨ ਵਿੱਚ ਗਿਆ ਤੇ ਟਹਿਲਣ ਲੱਗਾ, ਪਰ ਉਸ ਨੂੰ ਉੱਥੇ ਵੀ ਸਕੂਨ ਨਹੀਂ ਮਿਲਿਆ। ਤਾਂ ਸੇਠ ਘਰ ਤੋਂ ਬਾਹਰ ਨਿਕਲਿਆ ਤੇ ਬਾਹਰ ਘੁੰਮਣ ਦੇ ਲਈ ਚੱਲ ਪਿਆ। ਸੇਠ ਫੈਮਿਲੀ ਦੇ ਬਿਜ਼ਨਸ ਦੇ ਖਿਆਲਾਂ ਵਿੱਚ ਖੋਇਆ ਹੋਇਆ ਸੀ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਘਰ ਤੋਂ ਕਦੋਂ ਦੂਰ ਆ ਗਿਆ। ਸੜਕ ਦੇ ਕਿਨਾਰੇ ਇੱਕ ਚਬੂਤਰਾ ਸੀ, ਉੱਥੇ ਜਾ ਕੇ ਸੇਠ ਆਪਣੀਆਂ ਚੱਪਲਾਂ ਉਤਾਰ ਕੇ ਆਰਾਮ ਦੇ ਨਾਲ ਬੈਠ ਗਿਆ। ਉਸ ਤੋਂ ਬਾਅਦ ਆਪਣੇ ਬਚਪਨ ਨੂੰ ਯਾਦ ਕਰਨ ਲੱਗਾ, ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਾ, ਜਦੋਂ ਉਹ ਮਿਹਨਤ ਕਰਿਆ ਕਰਦਾ ਸੀ, ਜਦੋਂ ਉਸ ਦੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਸੀ। ਸੇਠ ਆਪਣੇ ਖਿਆਲਾਂ ਵਿੱਚ ਖੋਇਆ ਹੋਇਆ ਸੀ ਕਿ ਉਦੋਂ ਹੀ ਉੱਥੇ ਇੱਕ ਕੁੱਤਾ ਆਇਆ। ਉਸਨੇ ਸੇਠ ਦੀ ਇੱਕ ਚੱਪਲ ਚੁੱਕੀ ਤੇ ਚੱਪਲ ਚੁੱਕ ਕੇ ਭੱਜ ਗਿਆ। ਸੇਠ ਫਟਾਫਟ ਉਸਦੇ ਪਿੱਛੇ ਦੌੜਿਆ। ਕੁੱਤਾ ਭੱਜਦਾ ਭੱਜਦਾ ਝੁੱਗੀਆਂ ਝੌਂਪੜੀਆਂ ਦੇ ਵਿੱਚ ਵੜ ਗਿਆ। ਉੱਥੇ ਕੋਲ ਹੀ ਝੁੱਗੀਆਂ ਝੌਂਪੜੀਆਂ ਸਨ। ਸੇਠ ਕੁੱਤੇ ਦੇ ਪਿੱਛੇ ਗਿਆ ਤੇ ਉਸ ਨੂੰ ਦਬਕਾ ਮਾਰਿਆ। ਕੁੱਤਾ ਥੋੜਾ ਡਰਿਆ ਤੇ ਚੱਪਲ ਛੱਡ ਕੇ ਉੱਥੋਂ ਭੱਜ ਗਿਆ। ਸੇਠ ਨੇ ਦੂਜੀ ਚੱਪਲ ਪਹਿਨੀ ਤੇ ਆਪਣੇ ਘਰ ਵੱਲ ਨੂੰ ਚੱਲ ਪਿਆ ਤਾਂ ਉਦੋਂ ਹੀ ਸੇਠ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਕਿਸੇ ਔਰਤ ਦੀ ਸੀ ਜੋ ਇੱਕ ਝੁੱਗੀ ਦੇ ਵਿੱਚੋਂ ਆ ਰਹੀ ਸੀ। ਤਾਂ ਸੇਠ ਨੇ ਰੋਣ ਦੀ ਆਵਾਜ਼ ਸੁਣੀ ਤਾਂ ਸੋਚਿਆ ਕਿ ਇੰਨੀ ਸਵੇਰੇ ਸਵੇਰੇ ਕੌਣ ਰੋ ਰਿਹਾ ਹੈ, ਪਤਾ ਨਹੀਂ ਕੀ ਗੱਲ ਹੈ। ਹੁਣ ਸਵੇਰ ਦੇ 4 ਵੱਜ ਗਏ ਸੀ। ਸੇਠ ਨੇ ਸੋਚਿਆ ਕਿ ਕੀ ਕਰਾਂ, ਜਾ ਕੇ ਪੁੱਛਾਂ ਜਾਂ ਆਪਣੇ ਘਰ ਨੂੰ ਚੱਲੀਏ। ਤਾਂ ਸੇਠ ਦੇ ਮਨ ਨੇ ਕਿਹਾ ਕਿ ਘਰ ਨੂੰ ਚੱਲਦੇ ਹਾਂ, ਆਪਾਂ ਕੀ ਲੈਣਾ ਕਿਸੇ ਦੇ ਝਮੇਲੇ ਵਿੱਚ ਫਸ ਕੇ। ਤਾਂ ਸੇਠ ਘਰ ਨੂੰ ਚੱਲ ਪਿਆ। ਫਿਰ ਉਸ ਦੇ ਮਨ ਵਿੱਚ ਦੂਜਾ ਖਿਆਲ ਆਇਆ ਕਿ ਇੱਕ ਵਾਰੀ ਪੁੱਛ ਲੈਂਦੇ ਆ ਕਿ ਕੀ ਗੱਲ ਹੈ, ਪੁੱਛਣ ਵਿੱਚ ਕੀ ਹਰਜ ਹੈ। ਤਾਂ ਸੇਠ ਝੁੱਗੀ ਦੇ ਕੋਲ ਗਿਆ, ਅੰਦਰ ਝਾਕ ਕੇ ਦੇਖਿਆ ਤਾਂ ਸੱਚਮੁੱਚ ਹੀ ਇੱਕ ਔਰਤ ਬੈਠੀ ਰੋ ਰਹੀ ਸੀ ਤੇ ਮਾਲਕ ਨੂੰ ਅਰਦਾਸਾਂ ਕਰ ਰਹੀ ਸੀ। ਸੇਠ ਨੇ ਹਿੰਮਤ ਕਰਕੇ ਝੁੱਗੀ ਦਾ ਦਰਵਾਜ਼ਾ ਖੜਕਾਇਆ। ਔਰਤ ਨੇ ਦਰਵਾਜ਼ਾ ਖੋਲ੍ਹਿਆ। ਸੇਠ ਨੇ ਕਿਹਾ, ਭੈਣ ਜੀ, ਪਹਿਲਾਂ ਤਾਂ ਮੈਨੂੰ ਮਾਫ਼ ਕਰਿਓ, ਤੁਸੀਂ ਮੈਨੂੰ ਗਲਤ ਨਾ ਸਮਝਿਓ। ਮੈਂ ਇੱਥੋਂ ਗੁਜ਼ਰ ਰਿਹਾ ਸੀ ਤਾਂ ਮੈਂ ਤੁਹਾਡੇ ਰੋਣ ਦੀ ਆਵਾਜ਼ ਸੁਣੀ ਤਾਂ ਮੈਂ ਇੱਥੇ ਆਇਆ ਹਾਂ। ਕੀ ਗੱਲ ਹੈ, ਤੁਸੀਂ ਕਿਉਂ ਰੋ ਰਹੇ ਹੋ? ਤਾਂ ਔਰਤ ਨੇ ਦੱਸਿਆ ਕਿ ਬਾਊ ਜੀ, ਕੀ ਦੱਸਾਂ, ਇੱਧਰ ਦੇਖੋ, ਇਹ ਮੇਰੀ 7 ਸਾਲ ਦੀ ਬੇਟੀ ਹੈ ਜੋ ਜ਼ਮੀਨ ਉੱਤੇ ਪਈ ਹੈ। ਇਹ ਬਹੁਤ ਜ਼ਿਆਦਾ ਬਿਮਾਰ ਹੈ। ਡਾਕਟਰਾਂ ਨੇ ਕਿਹਾ ਹੈ ਕਿ ਇਸ ਦੇ ਆਪਰੇਸ਼ਨ ਤੇ ਬਹੁਤ ਜ਼ਿਆਦਾ ਖਰਚਾ ਹੋਵੇਗਾ, ਪਰ ਕੋਈ ਮੈਨੂੰ ਪੈਸੇ ਨਹੀਂ ਦੇ ਰਿਹਾ, ਕੋਈ ਮੇਰੀ ਮਦਦ ਨਹੀਂ ਕਰ ਰਿਹਾ। ਤਾਂ ਸੇਠ ਨੇ ਕਿਹਾ, ਫਿਰ ਇਸ ਤਰ੍ਹਾਂ ਰੋਣ ਦੇ ਨਾਲ ਕੀ ਹੋਵੇਗਾ? ਕਿਹੜਾ ਤੁਹਾਨੂੰ ਕੋਈ ਪੈਸੇ ਦੇ ਦੇਵੇਗਾ ਜਾਂ ਤੁਹਾਡੀ ਕੋਈ ਮਦਦ ਕਰ ਦੇਵੇਗਾ? ਤੇ ਕੀ ਇਹ ਤੁਸੀਂ ਸਵੇਰੇ ਸਵੇਰੇ ਰੋਣਾ ਲਗਾ ਰੱਖਿਆ ਹੈ? ਰੋਣ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣ ਵਾਲਾ। ਤੁਸੀਂ ਜਿੱਥੇ ਕੰਮ ਕਰਦੇ ਹੋ ਉਹਨਾਂ ਤੋਂ ਮਦਦ ਮੰਗੋ, ਤੁਸੀਂ ਕੰਮ ਕਿੱਥੇ ਕਰਦੇ ਹੋ? ਤਾਂ ਔਰਤ ਨੇ ਕਿਹਾ ਕਿ ਮੈਂ ਤਾਂ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਹਾਂ ਤੇ ਲੋਕਾਂ ਦੇ ਜੂਠੇ ਭਾਂਡੇ ਮਾਂਜਦੀ ਹਾਂ। ਤਾਂ ਸੇਠ ਨੇ ਕਿਹਾ, ਫਿਰ ਤੁਸੀਂ ਉਹਨਾਂ ਤੋਂ ਮਦਦ ਮੰਗੋ। ਤਾਂ ਔਰਤ ਨੇ ਕਿਹਾ ਕਿ ਉਹਨਾਂ ਸਭ ਨੇ ਹੱਥ ਪਿੱਛੇ ਖਿੱਚ ਲਏ ਹਨ। ਤਾਂ ਸੇਠ ਨੇ ਕਿਹਾ, ਫਿਰ ਇਸ ਤਰ੍ਹਾਂ ਰੋਣ ਦੇ ਨਾਲ ਕੀ ਹੋਵੇਗਾ? ਤਾਂ ਔਰਤ ਨੇ ਕਿਹਾ, ਰੋ ਤਾਂ ਮੈਂ ਇਸ ਲਈ ਰਹੀ ਹਾਂ ਕਿਉਂਕਿ ਕੱਲ ਜਦੋਂ ਮੈਂ ਰੋ ਰਹੀ ਸੀ ਤਾਂ ਇੱਥੋਂ ਇੱਕ ਫੱਕਰ ਗੁਜ਼ਰਿਆ ਸੀ ਤੇ ਉਸਨੇ ਮੈਨੂੰ ਕਿਹਾ ਸੀ
ਕਿ ਕੱਲ ਸਵੇਰੇ 4 ਵਜੇ ਹੀ ਤੂੰ ਰੋਣਾ ਸ਼ੁਰੂ ਕਰ ਦੇਵੀਂ ਤੇ ਉਸ ਅਕਾਲ ਪੁਰਖ ਨੂੰ ਯਾਦ ਕਰੀ, ਲਗਾਤਾਰ ਅਰਦਾਸ ਕਰੀ, ਦੇਖੀ ਚਮਤਕਾਰ ਹੋਵੇਗਾ। ਇਸ ਲਈ ਮੈਂ ਰੋ ਰਹੀ ਸੀ ਕਿ ਸ਼ਾਇਦ ਉਸ ਫਕੀਰ ਦੀ ਗੱਲ ਸੱਚ ਨਿਕਲੇ, ਸ਼ਾਇਦ ਪਰਮਾਤਮਾ ਮੇਰੀ ਗੱਲ ਸੁਣ ਲਵੇ। ਤਾਂ ਜਦੋਂ ਸੇਠ ਨੇ ਉਸ ਔਰਤ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਸੇਠ ਦਾ ਦਿਲ ਪਿਘਲ ਗਿਆ। ਉਸਨੇ ਫਟਾਫਟ ਐਂਬੂਲੈਂਸ ਨੂੰ ਕਾਲ ਕੀਤੀ। ਐਂਬੂਲੈਂਸ ਆਈ। ਉਸਨੇ ਡਾਕਟਰਾਂ ਨੂੰ ਕਾਲ ਕੀਤੀ ਤੇ ਕਿਹਾ ਕਿ ਇਸ ਬੱਚੀ ਦਾ ਆਪਰੇਸ਼ਨ ਹੋਣਾ ਹੈ, ਜਿੰਨਾ ਖਰਚ ਹੋਵੇਗਾ ਮੈਂ ਕਰਾਂਗਾ, ਤੁਸੀਂ ਬਸ ਇਸ ਬੱਚੀ ਦਾ ਇਲਾਜ ਕਰੋ, ਇਸ ਨੂੰ ਤੰਦਰੁਸਤ ਕਰ ਦਿਓ। ਤੇ ਫਿਰ ਸੇਠ ਨੇ ਉਸ ਔਰਤ ਨੂੰ ਕਿਹਾ ਕਿ ਤੁਸੀਂ ਕੱਲ ਤੋਂ ਮੇਰੇ ਆਫਿਸ ਵਿੱਚ ਨੌਕਰੀ ਕਰਨ ਦੇ ਲਈ ਆ ਜਾਓ। ਮੇਰੀਆਂ ਬਹੁਤ ਸਾਰੀਆਂ ਫੈਕਟਰੀਆਂ ਹਨ, ਬਹੁਤ ਸਾਰੇ ਕਾਰੋਬਾਰ ਹਨ, ਤੁਸੀਂ ਜਿੱਥੇ ਕੰਮ ਕਰਨਾ ਚਾਹੋਗੇ ਉੱਥੇ ਕੰਮ ਕਰ ਲਿਓ। ਤੇ ਉਸ ਔਰਤ ਨੂੰ ਰਹਿਣ ਦੇ ਲਈ ਆਪਣਾ ਸਰਵੈਂਟ ਕੁਆਟਰ ਵੀ ਦੇ ਦਿੱਤਾ। ਸੇਠ ਦੀ ਜੋ ਬੇਚੈਨੀ ਸੀ ਉਹ ਤਾਂ ਉਸੇ ਵਕਤ ਹੀ ਖਤਮ ਹੋ ਗਈ ਸੀ ਜਦੋਂ ਸੇਠ ਨੇ ਐਂਬੂਲੈਂਸ ਨੂੰ ਕਾਲ ਕੀਤੀ ਸੀ, ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਸੀ। ਪਰ ਉਸਦੇ ਮਨ ਵਿੱਚ ਇੱਕ ਸ਼ੰਕਾ ਸੀ, ਇੱਕ ਡਾਊਟ ਸੀ ਜੋ ਲਗਾਤਾਰ ਚੱਲ ਰਿਹਾ ਸੀ। ਸੇਠ ਸੋਚਣ ਲੱਗਾ ਕਿ ਮੈਂ ਪਰਮਾਤਮਾ ਤੋਂ ਦੂਰੀ ਬਣਾ ਕੇ ਰੱਖਦਾ ਹਾਂ, ਨਾਸਤਿਕ ਹਾਂ ਤੇ ਮੈਨੂੰ ਪਰਮਾਤਮਾ ਦੇ ਨਾਮ ਨਾਲ ਕੋਈ ਵੀ ਮਤਲਬ ਨਹੀਂ। ਪਰ ਕੀ ਸੱਚਮੁੱਚ ਪਰਮਾਤਮਾ ਹੁੰਦਾ ਹੈ? ਇਹ ਕੀ ਚੱਕਰ ਹੈ? ਫਕੀਰ ਨੇ ਉਸ ਔਰਤ ਨੂੰ ਕਿਹਾ ਕਿ ਤੂੰ 4 ਵਜੇ ਰੋਣਾ ਸ਼ੁਰੂ ਕਰ ਦੇਵੀਂ। ਮੈਂ ਕਿਸਮਤ ਦੇ ਨਾਲ ਉੱਥੇ ਪਹੁੰਚ ਗਿਆ ਤੇ ਉਸ ਔਰਤ ਦੀ ਮੈਂ ਮਦਦ ਵੀ ਕਰ ਦਿੱਤੀ। ਸੇਠ ਦੇ ਮਨ ਵਿੱਚ ਹਜ਼ਾਰਾਂ ਸਵਾਲ ਆਉਣ ਲੱਗੇ ਤੇ ਫਿਰ ਮਨ ਵਿੱਚ ਦੂਜਾ ਖਿਆਲ ਆਇਆ ਕਿ ਜੇਕਰ ਸੱਚਮੁੱਚ ਪਰਮਾਤਮਾ ਹੈ ਤਾਂ ਅਸੀਂ ਲੋਕ ਕਿਉਂ ਲੜ ਰਹੇ ਹਾਂ? ਕਿਉਂ ਸਾਨੂੰ ਉਹ ਲੜਾ ਰਿਹਾ ਹੈ ਜਾਤ ਪਾਤ ਦੇ ਨਾਮ ਤੇ, ਧਰਮ ਦੇ ਨਾਮ ਤੇ? ਉਹ ਔਰਤ ਦਾ ਨਾ ਤਾਂ ਮੈਂ ਨਾਮ ਪੁੱਛਿਆ, ਨਾ ਉਸਦੀ ਕੋਈ ਜਾਤ ਪੁੱਛੀ ਤੇ ਨਾ ਹੀ ਉਸਨੇ ਮੇਰੀ ਜਾਤ ਪਾਤ ਪੁੱਛੀ। ਪਰਮਾਤਮਾ ਨੇ ਵੀ ਸਾਡੀ ਜਾਤ ਪਾਤ ਦੇ ਬਾਰੇ ਨਹੀਂ ਸੋਚਿਆ, ਬਸ ਮੈਨੂੰ ਜ਼ਰੀਆ ਬਣਾ ਕੇ ਭੇਜ ਦਿੱਤਾ ਉਸ ਦੀ ਮਦਦ ਕਰਨ ਦੇ ਲਈ। ਸੇਠ ਨੂੰ ਉਸ ਦਿਨ ਇੱਕ ਗੱਲ ਸਮਝ ਆਈ। ਸੇਠ ਦਾ ਮੰਨਣਾ ਸੀ ਕਿ ਕਰਮ ਕਰਦੇ ਜਾਓ, ਰਿਜ਼ਲਟ ਮਿਲਦੇ ਜਾਣਗੇ। ਤੇ ਉਸ ਦਿਨ ਸੇਠ ਨੂੰ ਇੱਕ ਹੋਰ ਗੱਲ ਸਮਝ ਆਈ ਕਿ ਕਰਮ ਦੇ ਨਾਲ ਨਾਲ ਦੂਜਿਆਂ ਦੀ ਮਦਦ ਕਰਨਾ ਵੀ ਬਹੁਤ ਜ਼ਰੂਰੀ ਹੈ, ਮਾਨਵਤਾ ਭਲਾਈ ਦਾ ਭਾਵ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸੇਠ ਨੂੰ ਉਸ ਦਿਨ ਸਮਝ ਆਇਆ ਕਿ ਜਦੋਂ ਮੈਂ ਕਿਸੇ ਦੀ ਮਦਦ ਕੀਤੀ ਤਾਂ ਮੈਨੂੰ ਸਕੂਨ ਮਿਲਿਆ ਤੇ ਉਸ ਸਕੂਨ ਦੇ ਕਾਰਨ ਮੇਰੇ ਮਨ ਦੀ ਸਾਰੀ ਬੇਚੈਨੀ ਖਤਮ ਹੋ ਗਈ। ਤਾਂ ਦੋਸਤੋ, ਦੁਨੀਆ ਵਿੱਚ ਪਰਮਾਤਮਾ ਨੇ ਸਿਰਫ ਇੱਕ ਧਰਮ ਬਣਾਇਆ ਹੈ ਜਿਸ ਨੂੰ ਇਨਸਾਨੀਅਤ ਕਹਿੰਦੇ ਹਨ, ਮਾਨਵਤਾ ਕਹਿੰਦੇ ਹਨ। ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਪਹਿਲੀ ਗੱਲ ਸਿਖਾਉਂਦੀ ਹੈ ਕਿ ਜੇਕਰ ਤੁਸੀਂ ਪਰਮਾਤਮਾ ਵਿੱਚ ਭਰੋਸਾ ਰੱਖਦੇ ਹੋ ਤਾਂ ਚਮਤਕਾਰ ਜ਼ਰੂਰ ਹੋਵੇਗਾ, ਪਰ ਤੁਹਾਡਾ ਵਿਸ਼ਵਾਸ ਸੱਚਾ ਹੋਣਾ ਚਾਹੀਦਾ ਹੈ, ਅਡੋਲ ਹੋਣਾ ਚਾਹੀਦਾ ਹੈ। ਤੇ ਦੂਜੀ ਗੱਲ ਸਿਖਾਉਂਦੀ ਹੈ ਕਿ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਚੱਲੋ, ਦੀਨ ਦੁਖੀਆਂ ਦੀ ਮਦਦ ਕਰਦੇ ਚੱਲੋ। ਮੌਕਾ ਆਉਣ ਤੇ ਉਹ ਅਕਾਲ ਪੁਰਖ ਤੁਹਾਡੀ ਮਦਦ ਖੁਦ ਕਰੇਗਾ। ਤੇ ਤੀਜੀ ਸਭ ਤੋਂ ਵੱਡੀ ਗੱਲ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਗਿਆਨ ਵੰਡਣ ਦੇ ਨਾਲ ਕੁਝ ਨਹੀਂ ਹੁੰਦਾ, ਮੁਸਕਾਨ ਵੰਡਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਨਾਲ ਹੀ ਰੂਹ ਨੂੰ ਸਕੂਨ ਮਿਲਦਾ ਹੈ। ਸੋ ਦੋਸਤੋ, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।